Hello students and welcome to Professor Dugal classes in association with Archana Academy। ਸਭ ਤੋਂ ਜਿਹੜਾ ਟਫ ਮੋਡਿਊਲ ਕਿਸੇ ਸਟੂਡੈਂਟ ਨੂੰ ਲੱਗਦਾ ਪੂਰੀ ਆਇਲਸ ਵਿੱਚ ਉਹ ਮੇਜਰਲੀ ਹੈਗਾ ਰੀਡਿੰਗ ਮੋਡਿਊਲ। ਐਂਡ ਰੀਡਿੰਗ ਮੋਡਿਊਲ 'ਚ ਇੱਕੋ ਹੀ ਪ੍ਰੋਬਲਮ ਜਿਹੜਾ ਆਲਮੋਸਟ ਹਰ ਸਟੂਡੈਂਟ ਹੀ ਫੇਸ ਕਰ ਰਿਹਾ ਉਹ ਕੀ ਹੈ ਕਿ ਸਮਝ ਨਹੀਂ ਲੱਗ ਰਿਹਾ, ਮੈਂ ਕੀ ਪੜ੍ਹਦਾ ਪਿਆ ਮੈਨੂੰ ਪਤਾ ਨਹੀਂ ਲੱਗਦਾ ਪਿਆ, ਜਾਂ ਉਹ ਇਹ ਕਰ ਰਿਹਾ ਮੈਨੂੰ ਪਤਾ ਨਹੀਂ ਲੱਗ ਰਿਹਾ, ਜਾਂ ਉਹ ਇਹ ਬਾਰ-ਬਾਰ ਗੱਲ ਕਰ ਰਿਹਾ ਕਿ ਮੈਂ ਪੜ੍ਹ ਤਾਂ ਰਿਹਾ ਬਟ ਮੈਨੂੰ ਇਹ ਨਹੀਂ ਸਮਝ ਲੱਗ ਰਿਹਾ ਉਹ ਕਹਿ ਕੀ ਰਿਹਾ, ਮੈਨੂੰ ਵਰਡਸ ਪੱਲੇ ਪੈ ਰਿਹਾ ਪਰ ਉਹ ਕਹਿ ਕੀ ਰਿਹਾ। ਸੋ ਜਿਹੜੀ ਰੀਡਿੰਗ ਆ ਉਹ ਪੜ੍ਹਨ ਲਈ ਚਾਰ ਚੀਜ਼ਾਂ ਇੰਪੋਰਟੈਂਟ ਆ ਮੇਜਰਲੀ। ਸਭ ਤੋਂ ਪਹਿਲੀ ਚੀਜ਼ ਜਿਹੜੀ ਇੰਪੋਰਟੈਂਟ ਆ ਉਹਨੂੰ ਮੈਂ ਕਹੂੰਗਾ ਕਿ ਗ੍ਰਾਮਰ ਤੋਂ ਬਗੈਰ ਤੁਸੀਂ ਜੋ ਮਰਜ਼ੀ ਕਰ ਲਓ ਚੀਜ਼ ਨੂੰ ਅੰਡਰਸਟੈਂਡ ਕਰ ਹੀ ਨਹੀਂ ਸਕਦੇ। ਸੈਕਿੰਡ ਚੀਜ਼ ਜਿਹੜੀ ਇੰਪੋਰਟੈਂਟ ਹੈ ਉਹ ਹੈਗੀ ਵੋਕੈਬੂਲਰੀ, ਕਿਉਂਕਿ ਜਿਹੜੀ ਬੁੱਕਸ ਵੀ ਹੈ ਨਾ ਦੋ ਤਰੀਕੇ 'ਚ ਡਿਵਾਈਡਡ ਹੋ ਚੁੱਕੀਆਂ ਹੋਈਆਂ। ਇੱਕ ਬੁੱਕ ਹੈ ਕਿ ਉਹ ਸਿੰਪਲ ਵੋਕੈਬੂਲਰੀ ਯੂਜ਼ ਕਰ ਰਹੀ ਹੈ, ਬੱਚਿਆਂ ਦੀ ਕਹਾਣੀਆਂ ਵਾਲੀ ਬੁੱਕ ਹੈ। ਇੱਕ ਹੈ ਜਿਹੜੀ ਬਹੁਤ ਕੰਪਲੈਕਸ ਵੋਕੈਬੂਲਰੀ ਯੂਜ਼ ਕਰ ਰਹੀ ਹੈ ਕਿ ਇੱਦਾਂ ਦੇ ਵਰਡ ਯੂਜ਼ ਕਰ ਰਹੀ ਜਿਹੜੇ ਆਪਾਂ ਆਮ ਤੌਰ 'ਤੇ ਜ਼ਿੰਦਗੀ ਕਦੇ ਸੁਣੇ ਨਹੀਂ ਹੁੰਦੇ ਇੰਗਲਿਸ਼ ਦੇ ਵਰਡਸ। ਤੀਸਰੀ ਚੀਜ਼ ਆ ਉਹ ਹੈਗੀ ਐਕਸਪ੍ਰੈਸ਼ਨਸ ਅਤੇ ਚੌਥੀ ਚੀਜ਼ ਐਨਾਲੋਜੀ। ਇਹ ਐਕਸਪ੍ਰੈਸ਼ਨ ਅਤੇ ਐਨਾਲੋਜੀ ਦਾ ਪੂਰਾ ਕੰਸੈਪਟ ਮੈਂ ਆਉਣ ਵਾਲੇ ਵੀਡੀਓ ਲੈਕਚਰਸ ਵਿੱਚ ਤੁਹਾਨੂੰ ਸਮਝਾਊਂਗਾ ਅਤੇ ਆਈ ਹੋਪ ਤੁਹਾਨੂੰ ਸਮਝ ਲੱਗ ਜਾਊਗਾ ਸਾਰਾ ਕਿ ਮੈਂ ਕੀ ਕਹਿਣਾ ਚਾਹ ਰਿਹਾ। ਅਤੇ ਅੱਜ ਮੈਂ ਹੁਣ ਕੀ ਕਰਨ ਲੱਗਾ, ਮੈਂ ਇੱਕ ਸਿੰਪਲ ਬੁੱਕ ਮੈਂ ਇੱਕ ਰੀਡ ਕਰੂੰਗਾ ਜਿਹਦੇ ਨਾਲ ਕਿ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਕੁਛ ਜੇ ਬੁੱਕਸ ਰੀਡ ਕਰਨਾ ਚਾਹੋਗੇ ਤਾਂ ਰੀਡ ਕਰ ਸਕੋਗੇ। ਇਹ ਬੁੱਕ ਹੈਗੀ ਆ ਰਸਕਿਨ ਬੌਂਡ ਦੀ ਬੁੱਕ ਹੈ ਬੇਸਿਕਲੀ, ਐਂਡ ਇਸ ਬੁੱਕ ਦਾ ਨਾਮ ਹੈ ਗ੍ਰੇਟ ਸਟੋਰੀਜ਼ ਫॉर ਚਿਲਡਰਨ। ਹੁਣ ਇਹ ਬੁੱਕ ਤੁਸੀਂ ਪਰਚੇਜ਼ ਕਰ ਲਓ, ਨਹੀਂ ਤਾਂ ਮੈਂ ਲਿੰਕ ਡਿਸਕ੍ਰਿਪਸ਼ਨ 'ਚ ਪਾਉਣ ਲੱਗਾ, ਡਾਊਨਲੋਡ ਕਰ ਲਿਓ ਅਤੇ ਪੜ੍ਹ ਲਿਓ ਆਪਣੇ ਆਰਾਮ ਨਾਲ। ਅਤੇ ਮੈਂ ਹੁਣ ਇਹਦਾ ਇੱਕ ਫਸਟ ਪੇਜ ਰੀਡ ਕਰੂੰਗਾ ਅਤੇ ਮੈਂ ਆਉਣ ਵਾਲੀ ਕੰਜ਼ੈਕਟਿਵ ਵੀਡੀਓਜ਼ ਦੇ ਵਿੱਚ ਇਹਦੇ ਅਲੱਗ-ਅਲੱਗ ਪੇਜਸ ਪੜ੍ਹੀ ਜਾਊਂਗਾ ਤਾਂ ਕਿ ਤੁਹਾਨੂੰ ਬੇਸਿਕ ਆਈਡੀਆ ਮਿਲ ਜਾਵੇ ਕਿ ਹਾਊ ਟੂ ਰੀਡ। ਸੋ ਇਸ ਦੀ ਫਸਟ ਸਟੋਰੀ ਹੈ, ਇਹ ਫਸਟ ਸਟੋਰੀ ਹੈ ਸਪੈਸ਼ਲ ਟਰੀ। ਸੋ ਮੈਂ ਇਹ ਪੜ੍ਹਨ ਜਾ ਰਿਹਾ, ਆਈ ਹੋਪ ਤੁਹਾਨੂੰ ਅੰਡਰਸਟੈਂਡ ਹੋਏਗਾ ਕਿ ਕੀ ਹੈ ਇਹਦੇ ਵਿੱਚ ਕੀ ਨਹੀਂ ਹੈ। One day when Rakesh was 6 he walked home from the Missouri bazaar eating cherries। ਹੁਣ ਧਿਆਨ ਦਿਓ ਇਹਦੇ ਵਿੱਚ ਕੀ ਚੀਜ਼ ਹੈ, ਕੌਮਾ ਯੂਜ਼ ਕੀਤਾ ਗਿਆ। ਹੁਣ ਕੌਮੇ ਦਾ ਰੋਲ ਹੈ ਕਿ ਸਭ ਤੋਂ ਪਹਿਲਾਂ ਆਪਾਂ ਨੂੰ ਅੰਡਰਸਟੈਂਡ ਕਰਨਾ ਕੌਮੇ ਦਾ ਰੋਲ ਕੀ ਹੈ। ਕੁਛ ਨਹੀਂ ਹੈ, ਕੌਮਾ ਹਮੇਸ਼ਾ ਬ੍ਰੇਕ ਦਾ ਕੰਮ ਕਰਦਾ। ਜਿੱਥੇ ਕੌਮਾ ਲੱਗਦਾ ਉੱਥੇ ਹਮੇਸ਼ਾ ਬ੍ਰੇਕ ਹੁੰਦੀ ਆ। ਜਿੱਦਾਂ ਆਪਾਂ ਕਹਿੰਦੇ ਨਾ ਇੱਕ ਦਿਨ ਮੈਂ ਉੱਥੇ ਜਾ ਰਿਹਾ ਸੀ, ਜਿੱਦਾਂ ਮੈਂ ਕਹੂੰਗਾ ਇੱਕ ਦਿਨ, ਹੁਣ ਮੈਂ ਇੱਕ ਦਿਨ ਦੇ ਨਾਲ ਕੌਮਾ ਐਡ ਕਰ ਦੂੰਗਾ, ਯਾਨੀ ਕਿ ਉਸ ਤੋਂ ਬਾਅਦ ਇਹ ਬ੍ਰੇਕ ਹੋ ਗਈ। ਹੁਣ ਜਦੋਂ ਵੀ ਤੁਸੀਂ ਕੌਮਾ ਪੜ੍ਹਨਾ ਤੁਸੀਂ ਉਹਨੂੰ ਐਜ਼ ਅ ਬ੍ਰੇਕ ਉਹਨੂੰ ਸੈਂਸ ਕਰਨਾ, ਠੀਕ ਹੈ। ਵਨ ਡੇ ਬ੍ਰੇਕ ਆ ਗਈ। ਵੈਨ ਰਾਕੇਸ਼ ਵਾਸ 6 ਜਦੋਂ ਰਾਕੇਸ਼ 6 ਸਾਲਾਂ ਦਾ ਸੀ ਫਿਰ ਬ੍ਰੇਕ। ਹੀ ਵਾਕਡ ਹੋਮ ਫਰੋਮ ਦ ਮਜ਼ੂਰੀ ਬਾਜ਼ਾਰ। ਹੁਣ ਮਜ਼ੂਰੀ ਹੈ ਕੀ ਹੈ, ਮਜ਼ੂਰੀ ਬੇਸਿਕਲੀ ਮਨਸੂਰੀ ਜਿਹਨੂੰ ਆਪਾਂ ਕਹਿੰਦੇ ਪੰਜਾਬੀ 'ਚ ਉਹ ਆ, ਇਹਨੂੰ ਲਾਰਡ ਮਨਸੂਰੀ ਨੇ ਮੇਰੇ ਖਿਆਲ ਬਣਾਇਆ ਸੀਗਾ ਤਾਂ ਉਹਦੇ ਨਾਮ 'ਤੇ ਮਜ਼ੂਰੀ ਪਿਆ। ਵਨ ਡੇ ਵੈਨ ਰਾਕੇਸ਼ ਵਾਸ 6 ਹੀ ਵਾਕਡ ਹੋਮ ਫਰੋਮ ਦ ਮਜ਼ੂਰੀ ਬਾਜ਼ਾਰ ਈਟਿੰਗ ਚੈਰੀਜ਼। ਹੁਣ ਇੱਥੇ ਹੀ ਯੂਜ਼ ਕੀਤਾ ਗਿਆ ਰਾਕੇਸ਼ ਲਈ, ਇਹਨੂੰ ਪ੍ਰੋਨਾਊਨ ਕਹਿੰਦੇ ਹੀ ਨੂੰ। ਰਾਕੇਸ਼ ਇੱਕ ਨਾਊਨ ਆ, ਇਹ ਪ੍ਰੋਪਰ ਨਾਊਨ ਆ। ਦੇ ਵਰ ਅ ਲਿਟਲ ਸਵੀਟ। ਹੁਣ ਅਗੇਨ ਜਦੋਂ ਆਹ ਵਰਡਸ ਆਉਂਦੇ ਆ ਲਾਈਕ ਦੇ ਹੀ, ਉਹ ਆਪਣੀ ਪਹਿਲੀ ਵਾਲੀ ਚੀਜ਼ ਜੋ ਉਹਨਾਂ ਤੋਂ ਪਹਿਲਾਂ ਚੀਜ਼ ਆਈ ਆ ਉਹਦੇ ਲਈ ਕੰਸੀਡਰ ਹੁੰਦੇ ਆ। ਹੁਣ ਦੇ ਇਹਦੇ ਵਿੱਚ ਚੈਰੀਜ਼ ਲਈ ਕੰਸੀਡਰ ਹੋ ਰਿਹਾ, ਨਾ ਕਿ ਰਾਕੇਸ਼ ਲਈ। ਦੇ ਵਰ ਹੁਣ ਆਫਕੋਰਸ ਲਿਟਲ ਸਵੀਟ, ਲਿਟਲ ਸੌਰ। ਸਵੀਟ ਮਤਲਬ ਥੋੜ੍ਹਾ ਮਿੱਠਾ ਸੀ, ਲਿਟਲ ਸੌਰ ਥੋੜ੍ਹਾ ਖੱਟਾ ਸੀ। ਸਮੋਲ ਛੋਟੇ ਸਾਈਜ਼ ਦਾ ਸੀ। ਬਰਾਈਟ ਰੈੱਡ ਬਿਲਕੁਲ ਚਮਕੀਲੇ ਰੈੱਡ ਕਲਰ ਦਾ ਕੀ ਸੀ, ਚੈਰੀਜ਼। ਹੁਣ ਆਹ ਸਾਰੀਆਂ ਜਿੰਨੀਆਂ ਵੀ ਚੀਜ਼ਾਂ ਹੈ ਡਿਸਕਸ ਹੋਈਆਂ, ਲਿਟਲ ਸੌਰ, ਲਿਟਲ ਸਵੀਟ, ਬਰਾਈਟ ਰੈੱਡ, ਇਹ ਐਡਜੈਕਟਿਵਸ ਵਰਤੇ ਗਏ, ਯਾਨੀ ਕਿ ਕੁਆਲਿਟੀ ਦੱਸੀਆਂ ਗਈਆਂ ਕਿਹਦੀ, ਸਿਰਫ ਇੱਕ ਨਾਊਨ ਦੀ ਜਿਹੜਾ ਹੈ ਚੈਰੀ। ਵਿਚ ਹੈਡ ਕਮ ਆਲ ਦ ਵੇ ਫਰੋਮ ਦ ਕਸ਼ਮੀਰ ਵੈਲੀ। ਜਿਹੜੇ ਸਿੱਧੀ ਹੁਣ ਵਿਚ ਹੈਡ ਕਮ, ਹੁਣ ਵਿਚ ਅਗੇਨ ਕਿਹਨਾਂ ਲਈ ਲੱਗਿਆ, ਜਿਹੜੇ ਤੋਂ ਪਹਿਲਾਂ ਗੱਲ ਹੋਈ ਹੈ ਜਿਨ੍ਹਾਂ ਦੀ ਚੈਰੀਜ਼ ਲਈ, ਜੋ ਕਿ ਸਿੱਧਾ ਕਸ਼ਮੀਰ ਵੈਲੀ ਤੋਂ ਆਈਆਂ ਸੀ। ਹੇਅਰ ਇਨ ਦ ਹਿਮਾਲਯਨ ਫੁੱਟ ਹਿਲਸ ਵੇਅਰ ਰਾਕੇਸ਼ ਲਿਵਡ ਦੇਅਰ ਵਰ ਨਾਟ ਮੈਨੀ ਫਰੂਟ ਟਰੀਜ਼। ਜਿੱਥੇ ਰਾਕੇਸ਼ ਰਹਿੰਦਾ ਸੀਗਾ, ਹੇਅਰ ਇਨ ਦਾ ਹਿਮਾਲਯਨ ਫੁੱਟ ਹਿਲਸ, ਹਿਮਾਲਯਨ ਫੁੱਟ ਹਿਲਸ 'ਤੇ ਜਿੱਥੇ ਰਾਕੇਸ਼ ਰਹਿੰਦਾ ਸੀਗਾ, ਦੇਅਰ ਵਰ ਨਾਟ ਮੈਨੀ ਫਰੂਟ ਟਰੀਜ਼, ਉੱਥੇ ਬਹੁਤ ਜ਼ਿਆਦਾ ਫਰੂਟ ਟਰੀਜ਼ ਸੀਗੀਆਂ ਨਹੀਂ। ਦ ਸੋਇਲ ਵਾਜ਼ ਸਟੋਨੀ, ਸਟੋਨੀ ਮਤਲਬ ਪਥਰੀਲੀ ਸੀਗੀ ਜਿਹੜੀ ਮਿੱਟੀ। ਐਂਡ ਦ ਡਰਾਈ ਕੋਲਡ ਵਿੰਡਸ ਸਟੰਟਡ, ਡਰਾਈ ਕੋਲਡ ਵਿੰਡਸ ਯਾਨੀ ਕਿ ਠੰਡੀਆਂ ਹਵਾਵਾਂ, ਸੁੱਕੀਆਂ ਠੰਡੀਆਂ ਹਵਾਵਾਂ ਉਹਨਾਂ ਰੁਕਾਵਟ ਪੈਦਾ ਕਰਦੀਆਂ ਸੀ ਗਰੋਥ ਵਿੱਚ। ਮੋਸਟ ਪਲਾਂਟਸ ਯਾਨੀ ਕਾਫੀ ਤਰੀਕੇ ਦੇ ਪਲਾਂਟਸ ਵਿੱਚ ਪੈਦਾਵਾਰ ਵਿੱਚ ਰੁਕਾਵਟ ਪੈਦਾ ਕਰਦੀਆਂ ਸੀ। ਬਟ ਔਨ ਦ ਮੋਰ ਸ਼ੈਲਟਰਡ ਸਲੋਪ ਦੇਅਰ ਵਰ ਫੋਰੈਸਟ ਆਫ ਓਕ ਐਂਡ ਦੇਵਦਾਰ। ਇਹ ਟਰੀਜ਼ ਹੈ ਬੇਸਿਕਲੀ, ਓਕ ਦੀ ਟਰੀ ਅਤੇ ਦੇਵਦਾਰ ਦੀ ਟਰੀ, ਲੱਕੜ ਆ ਬੇਸਿਕਲੀ, ਉਹ ਟਰੀਜ਼ ਦੇ ਫੋਰੈਸਟ ਉੱਥੇ ਸੀਗੇ। ਹੁਣ ਇੱਥੇ ਇੱਕ ਵਰਡ ਯੂਜ਼ ਕੀਤਾ ਗਿਆ ਸ਼ੈਲਟਰਡ, ਬਟ ਔਨ ਦ ਮੋਰ
ਸ਼ੈਲਟਰਡ ਸਲੋਪ, ਉਹ ਸਲੋਪਸ ਪਹਾੜ ਦੀਆਂ ਉਹ ਸਲੋਪ ਜਿਹੜੀ ਥੋੜੀ ਸ਼ੈਲਟਰਡ ਸੀ, ਜਿਨ੍ਹਾਂ ਤੇ ਥੋੜੀ ਕਿਸੇ ਤਰੀਕੇ ਦੀ ਸ਼ੈਲਟਰਿੰਗ ਹੋਈ ਸੀ। ਸ਼ੈਲਟਰ ਮਤਲਬ ਹੁੰਦਾ ਰੂਫ ਜਾਂ ਕਿਸੇ ਤਰੀਕੇ ਦਾ ਤੁਸੀਂ ਕਹਿ ਸਕਦੇ ਹੋ ਕਿ ਕੋਈ ਕਿਸੇ ਚੀਜ਼ ਦੀ ਉਹਨਾਂ ਨੂੰ ਮਿਲੀ ਹੋਈ ਸੀ ਕਿ ਰੂਫ ਕਾਈਂਡ ਆਫ ਥਿੰਗ, ਕਿ ਉਹ ਸ਼ੈਲਟਰ ਸੀਗੀ, ਉਹਦੇ ਥੱਲੇ ਲੁਕੀਆਂ ਹੋਈਆਂ ਸੀ ਚੀਜ਼ਾਂ, ਉਹਦੇ ਕਰਕੇ ਬਚ ਗਈਆਂ। ਰਾਕੇਸ਼ ਲਿਵਡ ਵਿਦ ਹਿਸ ਗ੍ਰੈਂਡਫਾਦਰ ਔਨ ਦ ਆਊਟਸਕਰਟਸ ਆਫ ਮਜ਼ੂਰੀ। ਰਾਕੇਸ਼ ਆਪਣੇ ਦਾਦਾ ਜੀ ਨਾਲ ਰਹਿੰਦਾ ਸੀ। ਆਊਟਸਕਰਟਸ ਹੁੰਦਾ ਹਮੇਸ਼ਾ ਜਿੱਦਾਂ ਆਪਾਂ ਕਹਾਂਗੇ ਬਾਹਰਲਾ ਏਰੀਆ। ਹੁਣ ਮੈਂ ਕਹਾਂ ਮੈਂ ਪਿੰਡ 'ਚ ਰਹਿੰਦਾ, ਲੇਕਿਨ ਪਿੰਡ ਦੇ ਬਾਹਰ, ਪਿੰਡ ਦਾ ਬਾਹਰ ਨੂੰ ਮੈਂ ਕਹੂੰਗਾ ਆਊਟਸਕਰਟਸ, ਆਊਟਸਕਰਟ ਆਫ ਦ ਵਿਲੇਜ। ਹਿਸ ਫਾਦਰ ਆਊਟਸਕਰਟ ਆਫ ਮਜ਼ੂਰੀ ਅਗੇਨ ਬ੍ਰੇਕ ਜਸਟ ਵੇਅਰ ਦ ਫੋਰੈਸਟ ਬਿਗੈਨ, ਜਿੱਥੋਂ ਜਿਹੜਾ ਫੋਰੈਸਟ ਯਾਨੀ ਜੰਗਲ ਸ਼ੁਰੂ ਹੁੰਦਾ ਸੀਗਾ ਉੱਥੇ ਉਹ ਰਹਿੰਦੇ ਸੀਗੇ। ਹਿਸ ਫਾਦਰ ਐਂਡ ਮਦਰ ਲਿਵਡ ਇਨ ਸਮੋਲ ਵਿਲੇਜ 50 ਮਾਈਲਸ ਅਵੇ। ਉਹਦੇ ਮੰਮੀ ਅਤੇ ਉਹਦੇ ਪਾਪਾ ਰਹਿੰਦੇ ਸੀਗੇ ਇੱਕ ਛੋਟੇ ਜਿਹੇ ਪਿੰਡ ਵਿੱਚ ਜਿਹੜਾ 50 ਮੀਲ ਦੂਰ ਸੀ, ਜਿੱਥੇ ਰਾਕੇਸ਼ ਦੇ ਗ੍ਰੈਂਡਫਾਦਰ ਰਹਿੰਦੇ ਸੀਗੇ। ਵੇਅਰ ਦੇ ਗਰੂ ਮੇਜ਼ ਐਂਡ ਰਾਈਸ ਐਂਡ ਬਾਰਲੇ, ਜੌਂ, ਚੌਲ ਅਤੇ ਮੱਕੀ ਇਹ ਉਗਾਏ ਜਾਂਦੇ ਸੀਗੇ। ਮੇਜ਼ ਮੇਰੇ ਖਿਆਲ ਨਾਲ ਮੱਕੀ, ਰਾਈਸ ਚੌਲ ਅਤੇ ਬਾਰਲੇ ਜੌਂ ਕੌਣ ਉਗਾਉਂਦਾ ਸੀਗਾ? ਇਹ ਰਾਕੇਸ਼ ਦੇ ਮਾਤਾ ਪਿਤਾ ਦੀ ਗੱਲ ਹੋ ਰਹੀ ਹੈ। ਵੇਅਰ ਦੇ ਗਰੂ ਪਾਸਟ ਫੋਰਮ ਆ ਗਰੋ ਦੀ, ਕਿ ਉਹਨਾਂ ਨੇ ਪਾਸ ਦੀ ਗੱਲ ਕੀਤੀ, ਉਹ ਉਗਾਉਂਦੇ ਸੀ ਨਾ ਕਿ ਉਗਾਉਂਦੇ ਹੈ। ਇੱਥੇ ਟੈਂਸ ਦਾ ਗੇਮ ਦੇਖੋ ਕਿੱਦਾਂ, ਇਹ ਵਰਬ ਆ, ਜੇ ਗਰੋ ਕਰਦੇ ਪ੍ਰੈਜ਼ੈਂਟ 'ਚ ਆਉਣਾ ਸੀ, ਹੁਣ ਵਰਬ ਦੀ ਸੈਕਿੰਡ ਫਾਰਮ ਲੱਗੀ ਜਿਹਨੂੰ ਸਿੰਪਲੀ ਪਾਸ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ। ਦੇ ਗਰੂ ਮੇਜ਼ ਐਂਡ ਰਾਈਸ ਐਂਡ ਬਾਰਲੇ ਇਨ ਨੈਰੋ ਟੈਰੇਸਡ ਫੀਲਡਸ ਔਨ ਦ ਲੋਅਰ ਸਲੋਪ ਆਫ ਦ ਮਾਊਂਟੇਨ। ਉਹ ਗਰੋ ਕਰਦੇ ਸੀਗੇ ਮੇਜ਼, ਰਾਈਸ ਅਤੇ ਬਾਰਲੇ ਨੈਰੋ ਟੈਰੇਸਡ, ਯਾਨੀ ਕਿ ਟੈਰੇਸ, ਨੈਰੋ ਟੈਰੇਸ ਦਾ ਮਤਲਬ ਬਹੁਤ ਛੋਟੀ ਛੋਟੀ, ਨੈਰੋ ਟੈਰੇਸ ਦਾ ਮਤਲਬ ਬਹੁਤ ਸੰਕਰੀ ਜਗ੍ਹਾ ਦੇ ਵਿੱਚ, ਯਾਨੀ ਕਿ ਬਿਲਕੁਲ ਕੰਜ਼ੈਕਟਿਵਲੀ ਇੱਕ ਦੇ ਨਾਲ ਹੀ ਦੂਜਾ, ਦੂਜੇ ਦੇ ਨਾਲ ਹੀ ਤੀਜਾ, ਤੀਜੇ ਦੇ ਨਾਲ ਹੀ ਚੌਥਾ, ਉਹ ਗਰੋ ਕਰਦੇ ਸੀਗੇ। ਤਾਂ ਆਪਾਂ ਨੈਰੋ ਟੈਰੇਸ ਦੀ, ਨੈਰੋ ਟੈਰੇਸ ਮਤਲਬ ਬਹੁਤ ਥੋੜੀ ਜਗ੍ਹਾ 'ਤੇ ਉਹ ਚੀਜ਼ਾਂ ਕੰਜ਼ੈਕਟਿਵਲੀ ਉਗਾਈਆਂ ਗਈਆਂ। ਇਨ ਦ ਲੋਅਰ ਸਲੋਪਸ ਆਫ ਮਾਊਂਟੇਨ ਦੀ ਜਿਹੜੀ ਲੋਅਰ ਸਲੋਪਸ ਆ, ਸਲੋਪਾਂ ਦੀ ਢਲਾਣ, ਉੱਥੇ ਉਗਾਈਆਂ ਗਈਆਂ ਸੀਗੀਆਂ। ਬਟ ਦੇਅਰ ਵਰ ਨੋ ਸਕੂਲਸ ਇਨ ਦ ਵਿਲੇਜ ਐਂਡ ਰਾਕੇਸ਼ ਪੇਰੈਂਟਸ ਵਰ ਕੀਨ ਦੈਟ ਹੀ ਸ਼ੁੱਡ ਗੋ ਟੂ ਸਕੂਲ। ਉੱਥੇ ਸਕੂਲ ਸੀਗਾ ਹੀ ਨਹੀਂ ਜਿੱਥੇ ਰਾਕੇਸ਼ ਪਹਿਲਾਂ ਰਹਿੰਦਾ ਹੁੰਦੀ, ਅਤੇ ਮਾਂ ਪਿਓ ਦੇ ਨਾਲ ਰਹਿੰਦਾ ਸੀ ਰਾਕੇਸ਼, ਅਤੇ ਉਹਦੇ ਮਦਰ ਫਾਦਰ ਸੀਗੇ ਕਿ ਇਹ ਸਕੂਲ ਜਾਵੇ। ਐਜ਼ ਸੂਨ ਐਜ਼ ਹੀ ਵਾਜ਼ ਆਫ ਸਕੂਲ ਗੋਇੰਗ ਏਜ, ਜਦੋਂ ਰਾਕੇਸ਼ ਹੁਣ ਇੱਥੇ ਹੀ ਜਿਹੜਾ ਉਹ ਰਾਕੇਸ਼ ਲਈ ਲੱਗਿਆ ਗਿਆ, ਉਹ ਸਕੂਲ ਗੋਇੰਗ ਏਜ ਦਾ ਹੋਇਆ, ਸਕੂਲ ਜਾਣ ਦੀ ਏਜ ਦਾ ਹੋਇਆ। ਦੇ ਸੈਂਟ ਹਿਮ, ਹੁਣ ਇੱਥੇ ਦੇ ਕਿਹਨਾਂ ਲਈ ਲੱਗਿਆ? ਉਹਦੇ ਮਦਰ ਫਾਦਰ ਲਈ। ਦੇ ਸੈਂਟ ਹਿਮ ਟੂ ਸਟੇ ਵਿਦ ਹਿਸ ਗ੍ਰੈਂਡਫਾਦਰ ਇਨ ਮਨਸੂਰੀ ਜਾਂ ਮਜ਼ੂਰੀ। ਉਹਨਾਂ ਨੇ ਉਹਨੂੰ ਆਪਣੇ ਦਾਦਾ ਜੀ ਦੇ ਘਰੇ ਭੇਜਤਾ ਕਿ ਜਾ ਵੀ ਦੌੜ ਜਾ ਇੱਥੋਂ। ਦੇ ਸੈਂਟ ਹਿਮ ਟੂ ਸਟੇ ਵਿਦ ਹਿਸ ਗ੍ਰੈਂਡਫਾਦਰ ਇਨ ਮਜ਼ੂਰੀ, ਉਹਨੇ ਮਸੂਰੀ ਭੇਜ ਦਿੱਤਾ ਉਹਨੂੰ ਆਪਣੇ ਗ੍ਰੈਂਡਫਾਦਰ ਦੇ ਨਾਲ ਰਹਿਣ ਦੇ ਲਈ। ਹੀ ਹੈਡ ਅ ਲਿਟਲ ਕਾਟੇਜ, ਹੁਣ ਇਹ ਇੱਥੇ ਹੀ ਆ ਗਿਆ ਇੱਕਦਮ ਉਹਦੇ ਗ੍ਰੈਂਡਫਾਦਰ ਲਈ, ਕਿਉਂਕਿ ਉਸ ਤੋਂ ਪਹਿਲਾਂ ਗ੍ਰੈਂਡਫਾਦਰ ਦੀ ਗੱਲ ਹੋਈ ਆ। ਹੀ ਹੈਡ ਅ ਲਿਟਲ ਕਾਟੇਜ ਇੱਕ ਕਹਿ ਸਕਦੇ ਹੋ ਕਿ ਜਿੱਦਾਂ ਹਵੇਲੀ ਟਾਈਪ ਆਪਾਂ ਪੰਜਾਬੀ 'ਚ ਕਹਿੰਦੇ ਹੋ, ਕਾਟੇਜ ਹੀ ਹੋ ਜਾਂਦਾ। ਆਊਟਸਾਈਡ ਦਾ ਟਾਊਨ ਮਤਲਬ ਕਸਬੇ ਤੋਂ ਬਾਹਰ ਉਹਨਾਂ ਦੇ ਕਾਟੇਜ ਸੀਗਾ ਉਹਦੇ ਦਾਦਾ ਜੀ ਦਾ। ਰਾਕੇਸ਼ ਵਾਜ਼ ਔਨ ਹਿਜ਼ ਵੇ ਹੋਮ ਫਰੋਮ ਸਕੂਲ ਵੈਨ ਹੀ ਬੋਟ ਦ ਚੈਰੀਜ਼। ਰਾਕੇਸ਼ ਸੀਗਾ ਜਿਹੜਾ ਉਹ ਘਰੋਂ ਵਾਪਸ ਆ ਰਿਹਾ ਸੀ ਜਦੋਂ ਉਹਨੇ ਚੈਰੀਜ਼ ਖਰੀਦੀਆਂ। ਹੀ ਪੇਡ 50 ਪੈਸਾ ਫॉर ਏ ਬੰਚ ਹੁੰਦਾ ਕਹਿੰਦੇ ਗਰੁੱਪ ਨੂੰ, ਠੀਕ ਆ, ਗੁੱਛੇ ਨੂੰ ਜਿਹਨੂੰ ਕਹਿੰਦੇ, ਚੈਰੀਜ਼ ਜਿੱਦਾਂ ਅੰਗੂਰਾਂ ਦਾ ਗੁੱਛਾ ਹੁੰਦਾ, ਬੰਚ ਆਫ ਗ੍ਰੇਪਸ ਕਹਾਂਗੇ, ਹੁਣ ਇਹ ਕਲੈਕਟਿਵ ਨਾਊਨ ਆ। ਇਟ ਟੁੱਕ ਹਿਮ ਅਬਾਊਟ ਹਾਫ ਐਨ ਆਰ ਟੂ ਵਾਕ ਹੋਮ। ਹੁਣ ਇੱਥੇ ਇਟ ਕਿਹਦੇ ਲਈ ਯੂਜ਼ ਕੀਤਾ ਜਾ ਰਿਹਾ ਕਿ ਉਹਨੂੰ ਲੱਗਿਆ ਅਪਰੋਕਸੀਮੇਟਲੀ ਅੱਧਾ ਘੰਟਾ ਘਰ ਵਾਪਸ ਆਉਂਦੇ ਆਉਂਦੇ। ਐਂਡ ਬਾਈ ਦਾ ਟਾਈਮ ਹੀ ਰੀਚ ਦ ਕਾਟੇਜ ਦੇਅਰ ਵਰ ਓਨਲੀ 3 ਚੈਰੀਜ਼ ਲੈਫਟ। ਐਂਡ ਬਾਈ ਦਾ ਟਾਈਮ ਯਾਨੀ ਕਿ ਜਦੋਂ ਤੱਕ ਉਹ ਕਾਟੇਜ ਪਹੁੰਚਿਆ ਉਹਦੇ ਕੋਲ ਸਿਰਫ 3 ਚੈਰੀਜ਼ ਰਹਿ ਗਈਆਂ ਸੀਗੀਆਂ, ਬਾਕੀ ਚੈਰੀ ਉਹ ਖਾ ਗਿਆ ਸੀ। ਹੈਵ ਅ ਚੈਰੀ ਗ੍ਰੈਂਡਫਾਦਰ। ਹੁਣ ਆਹ ਦੇਖੋ ਇੱਥੇ ਨਾ ਸਿੰਗਲ ਇਨਵਰਟਿਡ ਕੋਮਾਸ ਯੂਜ਼ ਕੀਤੇ ਗਏ ਆ। ਇਹ ਕੋਈ ਗੱਲ ਦੱਸਣ ਲਈ ਆਪਾਂ ਇਨਵਰਟਿਡ ਕੋਮਾਸ ਨਾ ਜਾਂ ਡਬਲ ਕਰਦੇ ਹਾਂ, ਸਿੰਗਲ ਕੋਟੇਸ਼ਨਸ ਕਹਿੰਦੇ ਇਹਨੂੰ, ਯਾਨੀ ਕਿ ਕਿਸੇ ਨੇ ਕਹੀ ਹੋਈ ਕੋਈ ਗੱਲ ਸਿੱਧੀ ਤੌਰ 'ਤੇ ਦੱਸ ਦੇਣੀ, ਉਹਨੂੰ ਕਹਿੰਦੇ ਕੋਟੇਸ਼ਨਸ। ਹੁਣ ਕੋਟੇਸ਼ਨਸ ਦੇ ਲਈ ਸਿੰਗਲ ਇਨਵਰਟਿਡ ਕੋਮਾ ਅਤੇ ਡਬਲ ਇਨਵਰਟਿਡ ਕੋਮਾ ਯੂਜ਼ ਹੁੰਦੇ ਆ। ਮੈਂ ਆਉਣ ਵਾਲੀ ਲੈਕਚਰ ਸੀਰੀਜ਼ ਵਿੱਚ ਸਾਰਾ ਐਕਸਪਲੇਨ ਕਰੂੰਗਾ ਕਿੱਥੇ ਸਿੰਗਲ ਲਾਉਣਾ ਅਤੇ ਕਿੱਥੇ ਡਬਲ ਲਾਉਣਾ, ਤਾਂ ਕਿ ਤੁਹਾਡੀ ਜਿਹੜੀ ਰਾਈਟਿੰਗ ਟਾਸਕ 2 ਆ ਉਹ ਮੋਰ ਇਫੈਕਟਿਵ ਹੋ ਜਾਵੇ। ਵੈਸੇ ਤਾਂ ਰਾਈਟਿੰਗ ਟਾਸਕ 2 ਵਿੱਚ ਇੱਦਾਂ ਦੀ ਕੋਈ ਚੀਜ਼ ਘੱਟ ਹੀ ਵਰਤੀ ਜਾਂਦੀ ਹੈ, ਘੱਟ ਹੀ ਕਹਿਣੀ ਹੁੰਦੀ, ਆਪਾਂ ਕਿਸੇ ਦੇ ਕੋਟੇਸ਼ਨਸ ਨਹੀਂ ਵਰਤਣੀ ਹੁੰਦੀ, ਪਰ ਫਿਰ ਵੀ ਹੁਣ GT ਵਾਲੇ ਜਿਹੜੇ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਪਤਾ ਹੋਵੇਗਾ ਕਿ ਜਿਹੜਾ ਲੈਟਰ ਆ ਟਾਸਕ 1 ਜਿਹੜਾ GT ਵਾਲਿਆਂ ਦਾ ਉਹਦਾ ਲੈਟਰ ਹੁੰਦਾ, ਐਕੈਡੈਮਿਕ ਵਾਲਿਆਂ ਦਾ ਟਾਸਕ 1 ਜਿਹੜਾ ਰਿਪੋਰਟ ਰਾਈਟਿੰਗ ਹੁੰਦੀ ਆ, ਲੈਟਰ ਵਿੱਚ ਬਹੁਤ ਚੀਜ਼ਾਂ ਕੋਟੇਸ਼ਨਸ ਆ ਜਾਂਦੀਆਂ। ਕਈ ਵਾਰ ਟਾਸਕ 2 ਵਿੱਚ ਵੀ ਕਿਸੇ ਕੋਟੇਸ਼ਨ ਵਰਤੀ ਜਾਂਦੀ ਹੈ। ਉਦੋਂ ਤੁਸੀਂ ਹਮੇਸ਼ਾ ਇਨਵਰਟਿਡ ਕੋਮਾਸ ਹੀ ਵਰਤਣੇ ਨੇ ਜਾਂ ਸਿੰਗਲ ਕੋਮਾ ਵਰਤੋ। ਕਿੱਥੇ ਕਿੱਦਾਂ ਮੈਂ ਤੁਹਾਨੂੰ ਅੱਗੇ ਐਕਸਪਲੇਨ ਕਰੂੰਗਾ। ਗ੍ਰੈਂਡਫਾਦਰ ਟੁੱਕ 1 ਚੈਰੀ ਐਂਡ ਰਾਕੇਸ਼ ਪ੍ਰੋਮਪਟਲੀ ਏਟ ਦ ਅਦਰ 2। ਗ੍ਰੈਂਡਫਾਦਰ ਨੇ 1 ਚੈਰੀ ਲੈ ਲਈ,
ਇਮੀਡੀਏਟਲੀ ਉਹਦੇ ਕੋਲੋਂ। ਐਂਡ ਰਾਕੇਸ਼ ਨੇ ਇੱਕਦਮ ਪ੍ਰੋਂਪਟਲੀ ਮਤਲਬ ਇੱਕਦਮ ਯਕਦਮ ਜਿੱਦਾਂ ਹੁਣ ਜਿੱਦਾਂ ਉਹਨੇ ਗ੍ਰੈਂਡਫਾਦਰ ਨੇ ਇੱਕ ਚੈਰੀ ਲਈ ਨਾਲ ਹੀ ਉਹਨੇ ਇੱਕਦਮ ਜਿਹੜੀ ਬਾਕੀ ਦੋ ਸੀਗੀਆਂ ਉਹ ਖਾ ਲਈਆਂ। ਹੀ ਕੈਪਟ ਦ ਲਾਸਟ ਸੀਡ ਇਨ ਹਿਜ਼ ਮਾਊਥ ਫॉर ਸਮ ਟਾਈਮ। ਉਹਨੇ ਜਿਹੜਾ ਆਖਰੀ ਸੀਡ ਸੀਗਾ ਚੈਰੀ ਦਾ ਜਿਹੜਾ ਬੀਜ ਸੀਗਾ ਉਹਨੇ ਆਪਣੇ ਮੂੰਹ ਦੇ ਵਿੱਚ ਰੱਖਿਆ ਕੁਛ ਦੇਰ ਲਈ। ਰੋਲਿੰਗ ਇਟ ਰਾਊਂਡ ਐਂਡ ਰਾਊਂਡ ਔਨ ਹਿਜ਼ ਟੰਗ। ਉਹਨੂੰ ਆਪਣੀ ਜੀਭ 'ਤੇ ਘੁਮਾਉਂਦਾ ਰਿਹਾ ਅੰਟਿਲ ਜਦ ਤੱਕ all the tang had gone। tang मतलब taste had gone। then he placed the seed on the palm of his hand and studied it। studied it मतलब ਇਹ ਨਹੀਂ ਹੁਣ ਪੜ੍ਹਨ ਲੱਗ ਪਿਆ, ਮਤਲਬ ਦੇਖਣ ਲੱਗ ਪਿਆ ਧਿਆਨ ਨਾਲ ਦੇਖਣਾ ਵੀ ਸਟੱਡੀ ਕਰਨ ਨੂੰ ਆਪਾਂ ਗਿਣਿਆ ਜਾ ਸਕਦਾ। ਆਰ ਹੁਣ ਦੇਖੋ ਆਹ ਜਿਹੜਾ ਸ਼ੁਰੂ ਹੋਣ ਵਾਲਾ ਨਾ ਇਹ ਸਾਰੀ ਕਨਵਰਸੇਸ਼ਨ ਸਟਾਰਟ ਹੋਣ ਵਾਲੀ। ਕਈ ਵਾਰ ਇੱਦਾਂ ਦੀ ਕਨਵਰਸੇਸ਼ਨ ਸਟੂਡੈਂਟਸ ਨੂੰ ਬਹੁਤ ਜ਼ਿਆਦਾ ਕਨਫਿਊਜ਼ ਕਰ ਦਿੰਦੀ ਵੀ ਹੋ ਕੀ ਰਿਹਾ। ਆਰ ਚੈਰੀ ਸੀਡਸ ਲੱਕੀ, ਕੀ ਚੈਰੀ ਸੀਡ ਜਿਹੜੀ ਲੱਕੀ ਨੇ ਰਾਕੇਸ਼ ਨੇ ਆਖਿਆ। ਆਫ ਕੋਰਸ ਹੁਣ ਇੱਥੇ ਨਾ ਧਿਆਨ ਦਿਓ ਮਾੜਾ ਜਿਹਾ ਗੱਲ ਨੂੰ ਕਿ ਮੈਂ ਜਿਹੜੀ ਅੰਡਰਲਾਈਨ ਕਰੂੰਗਾ ਰੈੱਡ ਕਲਰ ਨਾਲ, ਉਹ ਜਿਹੜੀਆਂ ਸਾਰੀਆਂ ਉਹ ਯੂਜ਼ ਕੀਤੀਆਂ ਗਈਆਂ ਉਹ ਲਾਈਨਾਂ ਹੋਣਗੀਆਂ ਉਹਦੇ ਦਾਦਾ ਜੀ ਦੀਆਂ, ਅਤੇ ਜਿਹੜੀਆਂ ਮੈਂ ਅੰਡਰਲਾਈਨ ਕਰੂੰਗਾ ਉਹ ਗ੍ਰੀਨ ਕਲਰ ਦੇ ਨਾਲ, ਪਹਿਲਾਂ ਗ੍ਰੀਨ ਕਲਰ ਨਾਲ ਅੰਡਰਲਾਈਨ ਕਰਨਾ, ਉਹ ਸਾਰੀ ਰਾਕੇਸ਼ ਨੇ ਕਹੀਆਂ। ਹੁਣ ਧਿਆਨ ਨਾਲ ਦੇਖਿਓ। ਆਰ ਚੈਰੀ ਸੀਡਸ ਲੱਕੀ ਆਸਕ ਰਾਕੇਸ਼। ਰਾਕੇਸ਼ ਨੇ ਕਿਹਾ ਕਿ ਚੈਰੀ ਦੇ ਸੀਡਸ ਜਿਹੜੇ ਹੁੰਦੇ ਆ ਬੀਜ ਹੁੰਦੇ ਆ ਉਹ ਲੱਕੀ ਹੁੰਦੇ ਆ, ਕੁਐਸਚਨ ਮਾਰਕ ਆ। ਹੁਣ ਦਾਦਾ ਜੀ ਨੇ ਆਂਸਰ ਦਿੱਤਾ ਆਫ ਕੋਰਸ ਬਿਲਕੁਲ। ਦੈਨ ਆਲ ਕੀਪ ਇਟ, ਮੈਂ ਆਪਣੇ ਕੋਲ ਰੱਖੂੰਗਾ। ਇਹ ਰਾਕੇਸ਼ ਨੇ ਕਿਹਾ। ਦੇਖੋ ਕਿੱਦਾਂ ਇਹ ਬਿਨਾਂ ਕੁਛ ਇਨਫੋਰਮੇਸ਼ਨ ਦੇ ਇੱਦਾਂ ਸਿੰਗਲ ਕੋਟੇਸ਼ਨ 'ਚ ਪੂਰੀ ਗੱਲਾਂ ਕਹੀਆਂ ਜਾਂਦੀਆਂ। ਇੱਥੋਂ ਬੱਚੇ ਬਹੁਤ ਕਨਫਿਊਜ਼ ਹੋ ਜਾਂਦੇ ਕਿ ਕੀ ਗੱਲ ਕਿਹਨੇ ਕਹੀ ਹੋਈ, ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਜੀ। ਕਈ ਕਹਿਣਗੇ ਸਿੱਧੇ ਹੀ ਡਾਇਰੈਕਟਲੀ ਪੜ੍ਹ ਲੈਣਗੇ ਆਫ ਕੋਰਸ ਦੈਨ ਆਲ ਕੀਪ ਇਟ ਨਥਿੰਗ ਇਜ਼ ਲੱਕੀ। ਮੈਂ ਫਿਰ ਦੁਬਾਰਾ ਕਹੂੰਗਾ ਕਿ ਜਿਹੜੀ ਇਹ ਵੀਡੀਓ ਲੈਕਚਰ ਸੀਰੀਜ਼ ਉਹਨਾਂ ਲਈ ਆ, ਇਹ ਵਾਲੀ ਸਪੈਸੀਫਿਕਲੀ ਜਿਹੜੇ ਬਿਲਕੁਲ ਬੇਸਿਕਸ ਤੋਂ ਸਟਾਰਟ ਕਰਨਾ ਚਾਹੁੰਦੇ, ਜਿਹੜੇ ਪ੍ਰੋ ਆ, ਜਿਹੜੇ ਕਹਿੰਦੇ ਹਾਂ ਇਹ ਤਾਂ ਕੁਛ ਵੀ ਨਹੀਂ, ਇਹ ਤਾਂ ਆਪਾਂ ਨੂੰ ਆਉਂਦਾ ਹੁੰਦਾ, ਇਹ ਤਾਂ ਕੁਛ ਵੀ ਹੈ ਨਹੀਂ, ਉਹਨਾਂ ਲਈ ਹੈ ਨਹੀਂ ਗੀ। ਉਹ ਬੇਸ਼ੱਕ ਨਾ ਦੇਖਣ, ਕੋਈ ਦਿੱਕਤ ਨਹੀਂ। ਇਹ ਸਿਰਫ ਉਹਨਾਂ ਲਈ ਹੈ ਜਿਨ੍ਹਾਂ ਨੂੰ ਕੋਈ ਸਟਾਰਟ ਹੀ ਨਹੀਂ ਹੋ ਰਹੀ। ਕਿਉਂਕਿ ਮੇਰੇ ਕੋਲ ਸਟੂਡੈਂਟ ਬਹੁਤ ਜ਼ਿਆਦਾ ਇੱਦਾਂ ਦੇ ਆਉਂਦੇ ਆ ਪੰਜਾਬ ਬੋਰਡ ਸਪੈਸੀਫਿਕਲੀ ਦੇ, ਜਿਨ੍ਹਾਂ ਕੋਲ ਬੇਸਿਕ ਇਨਫੋਰਮੇਸ਼ਨ ਕਿਤੇ ਨਾ ਕਿਤੇ ਲੈ ਕੀਤੀ ਹੁੰਦੀ, ਕਿਉਂਕਿ ਸਾਰੇ ਸਬਜੈਕਟ ਹਮੇਸ਼ਾ ਪੰਜਾਬੀ 'ਚ ਪੜ੍ਹੇ ਹੁੰਦੇ ਅਤੇ ਇੰਗਲਿਸ਼ ਨਾਲ ਬਹੁਤ ਜ਼ਿਆਦਾ ਮੱਥਾ ਨਹੀਂ ਮਾਰਿਆ ਹੁੰਦਾ, ਅਤੇ ਇਸ ਕਰਕੇ ਉਹਨਾਂ ਨੂੰ ਜ਼ਿਆਦਾ ਇੰਗਲਿਸ਼ ਨਹੀਂ ਆਉਂਦੀ ਹੁੰਦੀ। ਹੁਣ ਉਹ ਬੇਸਿਕ ਤੋਂ ਸਟਾਰਟ ਕਰਨਾ ਚਾਹੁੰਦੇ ਤਾਂ ਇਹ ਉਹਨਾਂ ਲਈ ਲੈਕਚਰ ਸੀਰੀਜ਼ ਆ। ਸੋ ਰਾਕੇਸ਼, ਹੁਣ ਗੱਲ ਕਰਾਂਗੇ ਰਾਕੇਸ਼ ਦੀ ਵਾਪਸ। ਸੋ ਰਾਕੇਸ਼ ਇੱਕ ਵਾਰ ਮੈਂ ਪੂਰਾ ਪੜ੍ਹ ਦਿੰਦਾ। ਆਰ ਚੈਰੀ ਸੀਡਸ ਲੱਕੀ, ਕੀ ਚੈਰੀ ਸੀਡ ਜਿਹੜੀ ਲੱਕੀ ਨੇ ਉਹ ਰਾਕੇਸ਼ ਨੇ ਕਿਹਾ। ਆਫ ਕੋਰਸ ਉਹਦੇ ਦਾਦਾ ਜੀ ਕਹਿੰਦੇ ਦੈਨ ਆਲ ਕੀਪ ਇਟ, ਅਤੇ ਮੈਂ ਰੱਖੂੰਗਾ। ਰਾਕੇਸ਼ ਕਹਿੰਦਾ, ਉਹਦੇ ਦਾਦਾ ਜੀ ਕਹਿੰਦੇ ਨਥਿੰਗ ਇਜ਼ ਲੱਕੀ ਇਫ ਯੂ ਪੁੱਟ ਇਟ ਅਵੇ। ਕੁਛ ਚੀਜ਼ ਲੱਕੀ ਨਹੀਂ ਹੈਗਾ ਜਿੰਨੀ ਦੇਰ ਤੱਕ ਤੁਸੀਂ ਉਹਨੂੰ ਦੂਰ ਰੱਖ ਦਿੰਦੇ ਹੋ। ਇਫ ਯੂ ਵਾਂਟ ਲੱਕ, ਜੇ ਤੁਹਾਨੂੰ ਲੱਕ ਚਾਹੀਦਾ, ਯੂ ਮਸਟ ਪੁੱਟ ਇਟ ਟੂ ਸਮ ਯੂਜ਼, ਤੁਹਾਨੂੰ ਉਹ ਚੀਜ਼ ਨੂੰ ਯੂਜ਼ ਕਰਨੀ ਪੈਣੀ ਆ। ਰਾਕੇਸ਼ ਕਹਿੰਦਾ ਵਾਟ ਕੈਨ ਆਈ ਡੂ ਵਿਦ ਦ ਸੀਡ, ਮੈਂ ਕਰਾਂ ਕੀ। ਉਹਦੇ ਦਾਦਾ ਜੀ ਕਹਿੰਦੇ ਉਹਨੂੰ ਪਲਾਂਟ ਕਰ ਦੇ, ਪਲਾਂਟ ਇਟ। ਇੱਥੇ ਖਤਮ ਹੋ ਜਾਂਦੀ ਤੁਹਾਡੀ ਕੋਟੇਸ਼ਨਸ। ਇੱਥੋਂ ਨਵਾਂ ਇੱਥੋਂ ਕਹਾਣੀ ਸ਼ੁਰੂ ਹੁੰਦੀ ਅੱਗੇ। ਸੋ ਰਾਕੇਸ਼ ਫਾਊਂਡ ਅ ਸਮॉल ਪੀਸ ਐਂਡ ਬਿਗੈਨ ਟੂ ਡਿਗ ਅਪ ਅ ਫਲਾਵਰ ਬੈਡ। ਫਲਾਵਰ ਬੈਡ ਉਹ ਜਗ੍ਹਾ ਹੁੰਦੀ ਜਿੱਥੇ ਫਲਾਵਰਸ ਜਿਹੜੇ ਆ ਫੁੱਲ ਉਗਾਏ ਜਾਂਦੇ ਆ। ਮਿੱਟੀ ਨੂੰ ਆਪਾਂ ਖੋਦ ਕੇ ਇੱਕ ਬੈੱਡ ਤਿਆਰ ਕਰਦੇ ਹਾਂ ਤਾਂ ਕਿ ਉੱਤੇ ਬੀਜ ਆਪਾਂ ਬੋ ਕੇ ਆਪਾਂ ਨੂੰ ਫਲਾਵਰਸ ਉਗਾਏ ਜਾ ਸਕਣ। ਹੇ ਨਾਟ ਦੇਅਰ, ਉਹਦੇ ਗ੍ਰੈਂਡਫਾਦਰ ਨੇ ਕਿਹਾ ਇੱਥੇ ਨਹੀਂ। ਆਈ ਹੈਵ ਸੋਨ ਮਸਟਰਡ ਇਨ ਦੈਟ ਬੈਡ, ਮੈਂ ਉਸ ਥਾਂ 'ਤੇ ਮਸਟਰਡ ਜਿਹੜਾ ਗਰੋ ਕੀਤਾ ਹੋਇਆ। ਪਲਾਂਟ ਇਟ ਇਨ ਦੈਟ ਸ਼ੇਡੀ ਕਾਰਨਰ ਵੇਅਰ ਇਟ ਵੋਂਟ ਬੀ ਡਿਸਟਰਬਡ। ਉਹਨੂੰ ਉਸ ਸਪੈਸੀਫਿਕ ਕਾਰਨਰ 'ਤੇ ਸ਼ੇਡੀ ਮਤਲਬ ਸ਼ੇਡ ਕੀਤੀ ਹੋਈ ਹੈ, ਜਿੱਥੇ ਉਹਨੂੰ ਸ਼ੇਡ ਮਿਲੀ ਹੋਈ ਹੈ ਉੱਥੇ ਕਰਦੇ, ਉਹ ਡਿਸਟਰਬ ਨਹੀਂ ਹੋਊਗਾ, ਉਹਨੂੰ ਕੁਛ ਦਿੱਕਤ ਨਹੀਂ ਆਉਣ ਵਾਲੀ। ਰਾਕੇਸ਼ ਵੈਂਟ ਟੂ ਅ ਕਾਰਨਰ ਆਫ ਦ ਗਾਰਡਨ ਵੇਅਰ ਦ ਅਰਥ ਵਾਜ਼ ਸੌਫਟ ਐਂਡ ਯੀਲਡਿੰਗ। ਰਾਕੇਸ਼ ਗਿਆ ਕਿੱਧਰ ਨੂੰ, ਵੈਂਟ ਪਾਸਟ ਫਰੋਮ ਆ, ਰਾਕੇਸ਼ ਗਿਆ ਸੀ ਕਾਰਨਰ। ਇਹ ਸਾਰੀ ਦੇਖੋ ਸਟੋਰੀ ਹੈ ਨਾ, ਕਿਉਂਕਿ ਸਟੋਰੀ ਕੁਝ ਪੁਰਾਣੀ ਕਹਾਣੀ ਨੂੰ ਇਹਨਾਂ ਨੇ ਦੱਸ ਰਹੇ ਤਾਂ ਪਾਸਟ ਵਿੱਚ ਮੇਜਰਲੀ ਗੱਲਾਂ ਹੋਈਆਂ ਇਹਦੇ ਵਿੱਚ। ਰਾਕੇਸ਼ ਗਿਆ ਕਾਰਨਰ 'ਤੇ ਐਂਡ ਜਾ ਕੇ ਉਸ ਗਾਰਡਨ ਦੇ ਕਾਰਨਰ 'ਤੇ ਜਾ ਕੇ ਜਿੱਥੇ ਅਰਥ ਜਿਹੜੀ ਸੀਗੀ ਸੌਫਟ ਸੀਗੀ ਅਤੇ ਯੀਲਡ ਹੁੰਦਾ ਪੈਦਾਵਾਰ, ਜਿੱਥੇ ਹੁੰਦੀ ਹੈ ਚੀਜ਼ਾਂ ਨੂੰ ਯੀਲਡ ਕਹਿੰਦੇ, ਪੈਦਾਵਾਰ ਨੂੰ ਯੀਲਡ ਕਹਿੰਦੇ ਬੇਸਿਕਲੀ। ਯੀਲਡਿੰਗ ਯਾਨੀ ਕਿ ਚੌਥੀ ਫਾਰਮ ਲਾ ਦਿੱਤੀ ਜਿਹਨੂੰ ਕਹਿੰਦੇ ਆ ਜੇਅਰ ਐਂਡ ਬਣਾ ਦਿੱਤਾ ਇਹਨੂੰ, ਕੰਟੀਨਿਊਸ ਫਾਰਮ 'ਚ ਕਨਵਰਟ ਕਰ ਦਿੱਤਾ ਇਹਨੂੰ, ਯੀਲਡ ਨਾਲ ING ਲਾ ਕੇ। ਹੀ ਡਿਡਨਟ ਹੈਵ ਟੂ ਡਿਗ, ਉਹਨੂੰ ਡਿਗ ਕਰਨ ਦੀ ਲੋੜ ਨਹੀਂ ਪਈ। ਹੀ ਪ੍ਰੈਸ ਦ ਸੀਡ ਇਨਟੂ ਸੋਇਲ, ਉਹਨੇ ਸਿਰਫ ਸੋਇਲ ਦੇ ਵਿੱਚ ਉਹਨੂੰ ਦਬਾ ਦਿੱਤਾ ਸੀਡ ਨੂੰ ਵਿਦ ਸਟੰਪ ਆਪਣੇ ਅੰਗੂਠੇ ਦੇ ਨਾਲ। ਐਂਡ ਇਟ ਵੈਂਟ ਰਾਈਟ ਇਨ, ਉਹ ਸਿੱਧਾ ਹੀ ਅੰਦਰ ਚਲਾ ਗਿਆ ਸੀਡ। ਦੈਨ ਹੀ ਹੈਡ ਹਿਜ਼ ਲੰਚ ਐਂਡ ਰੈਨ ਆਫ ਟੂ ਪਲੇ ਕ੍ਰਿਕਟ ਵਿਦ ਹਿਜ਼ ਫਰੈਂਡਸ। ਉਹਨੇ ਲੰਚ ਕੀਤਾ ਅਤੇ ਭੱਜ ਗਿਆ ਖੇਡਣ ਕ੍ਰਿਕਟ ਆਪਣੇ ਦੋਸਤਾਂ ਨਾਲ। ਐਂਡ ਫੋਰਗੋਟ ਆਲ, ਅਤੇ ਸਭ ਕੁਛ ਭੁੱਲ ਗਿਆ।
ਸੋ ਇਸ ਤਰੀਕੇ ਨਾਲ ਤੁਸੀਂ ਰੀਡ ਕਰ ਸਕਦੇ ਹੋ। ਬਾਕੀ ਕਮੈਂਟ ਸੈਕਸ਼ਨ 'ਚ ਤੁਹਾਨੂੰ ਕਿਹੜੀ ਹੋਰ ਬੁੱਕਸ 'ਚ ਦਿੱਕਤ ਆ ਰਹੀ ਹੈ, ਇਹਦੇ ਵਿੱਚ ਹੋਰ ਕੁਝ ਤੁਹਾਨੂੰ ਇੰਪਰੂਵਮੈਂਟਸ ਚਾਹੀਦੀਆਂ, ਤੁਸੀਂ ਮੈਨੂੰ ਦੱਸ ਸਕਦੇ ਹੋ। ਆਈ ਐਮ ਓਪਨ ਟੂ ਐਵਰੀਥਿੰਗ। ਤੁਸੀਂ ਤੁਹਾਨੂੰ ਚਾਹੀਦੀ ਕੁਝ ਹੋਰ ਅਮੈਂਡਮੈਂਟਸ ਲੈ ਕੇ ਆਉਣੀ ਚਾਹੀਦੀ ਹੈ, ਹੋਰ ਕਿਸੇ ਤਰੀਕੇ ਦੀ ਵੀਡੀਓ ਚਾਹੀਦੀ ਹੈ, ਤੁਸੀਂ ਕਮੈਂਟ ਮੈਨੂੰ ਕਰ ਦਿਓ, ਜਾਂ ਮੈਨੂੰ ਮੈਂ ਆਪਣੇ ਈਮੇਲ ਇਹਦੇ ਵਿੱਚ ਰੱਖ ਦਿੰਦਾ, ਤੇ ਇੱਕ WhatsApp ਨੰਬਰ ਵੀ ਦੇ ਦਿੰਦਾ, ਤੁਸੀਂ ਮੈਨੂੰ ਆਪਣੇ ਡਾਊਟਸ ਮੈਨੂੰ ਸੈਂਡ ਕਰ ਸਕਦੇ ਹੋ। ਜੇ ਵੀਡੀਓ ਅੱਛੀ ਲੱਗੀ ਤੇ ਲਾਈਕ ਕਰੋ ਤੇ ਸ਼ੇਅਰ ਕਰੋ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਤੱਕ ਇਹ ਚੀਜ਼ਾਂ ਪਹੁੰਚਣ ਤੇ ਉਹ ਵੀ ਸਮਝ ਸਕਣ। ਥੈਂਕ ਯੂ ਸੋ ਮਚ।